2008 ਦੇ ਵਿੱਚ ਮੇਰੀ ਵਾਈਫ ਨੂੰ ਬ੍ਰੈਸਟ ਕੈਂਸਰ ਡਿਟੈਕਟ ਹੋਇਆ। ਸਾਡੇ ਦੇ ਵਿੱਚ ਇਹ ਇੱਕ ਜਨਰਲ ਧਾਰਨਾ ਇੱਕ ਹੈਗੀ ਹੈ, ਜਿਨ੍ਹਾਂ ਦੇ ਘਰ ਕੈਂਸਰ ਦਾ ਕੋਈ ਕੇਸ ਆ ਜਾਂਦਾ ਤੇ ਸਾਰਿਆਂ ਨਾਲ ਪਹਿਲੇ ਤਾਂ ਪ੍ਰੋਬਲਮ ਇਹ ਹੋ ਜਾਂਦੀ ਹੈ, ਉਹਨਾਂ ਨੂੰ ਸਮਝ ਹੀ ਨਹੀਂ ਲੱਗਦਾ ਕਿ ਫਰਮ ਵੇਅਰ ਟੂ ਸਟਾਰਟ ਦਾ ਟ੍ਰੀਟਮੈਂਟ, ਵੀ ਉਹਦੇ ਡਾਇਗਨੋਸ ਕੀ ਹੈਗੇ ਆ, ਟ੍ਰੀਟਮੈਂਟ ਕੀ ਨੇ। ਔਰ ਜੋ ਸਿਸਟਮ ਇਸ ਟਾਈਮ ਮਾਰਕੀਟ ਦੇ ਵਿੱਚ ਡਾਕਟਰਸ ਵਗੈਰਾ ਦਾ ਚੱਲ ਰਿਹਾ, ਤੇ ਕਿਹੜਾ ਡਾਕਟਰ ਪ੍ਰੋਪਰ ਹੈ ਜੋ ਇਸ ਚੀਜ਼ ਨੂੰ ਟ੍ਰੀਟ ਕਰਦਾ ਹੈ ਕਿ ਜਦੋਂ ਐਕਸਪਾਇਰ ਕੀਤੇ। ਸ਼ੀ ਵਾਜ਼ ਆਰਕੀਟੈਕਟ ਇਨ ਗਵਰਨਮੈਂਟ ਸੈਕਟਰ। ਇੱਕ ਤਾਂ ਉਹਨਾਂ ਦੇ ਜਿਹੜੇ ਫੰਡਸ ਨੇ ਕਾਫੀ ਜ਼ਿਆਦਾ ਮਿਲੇ, ਔਰ ਮੈਨੂੰ ਇੱਕ ਵਾਈਬ੍ਰੇਸ਼ਨ ਮੇਰੀ ਵਾਈਫ ਵੱਲੋਂ ਹੀ ਆਈਆਂ ਵੀ ਮੇਰੇ ਫੰਡਸ ਜਿਤਨੇ ਨੇ ਇਹ ਤੁਸੀਂ ਨਾ ਕੈਂਸਰ ਕਾਜ਼ ਵਾਸਤੇ ਹੀ ਖਰਚਣੇ। ਸੋ ਵੀ ਸਟਾਰਟ ਇਨ 2010 ਅੰਮ੍ਰਿਤ ਕੈਂਸਰ ਫਾਊਂਡੇਸ਼ਨ, ਅੰਮ੍ਰਿਤ ਨਾਮ ਸੀ ਉਹਨਾਂ ਦਾ, ਉਹਨਾਂ ਦੇ ਨਾਂ ਤੇ ਫਾਊਂਡੇਸ਼ਨ ਬਣਾਈ। PGI ਦੇ ਨਾਲ ਅਸੀਂ ਟਾਈ ਅਪ ਕੀਤਾ ਤੇ PGI ਕੋਲ ਇੱਕ ਕੈਂਸਰ ਡਿਟੈਕਸ਼ਨ ਦੀ ਬੱਸ ਸੀ, ਉਹ ਅਸੀਂ ਅਪਰੂਵ ਕਰਾ ਲਈ ਤੇ ਇਨ ਸਪੈਨ ਆਫ 3 ਇਅਰਸ ਅਸੀਂ ਤਕਰੀਬਨ 80 ਤੋਂ ਉੱਤੇ ਜਿੰਨੇ ਗੌਰਮੈਂਟ ਸੈਕਟਰ ਦੇ ਬੈਂਕ ਸੀ, ਕਾਰਪੋਰੇਟ ਆਫਿਸ ਸੀ, ਕਾਲਜਿਸ ਸੀ, ਪ੍ਰਾਈਵੇਟ ਇੰਸਟੀਚਿਊਟ ਸੀ, ਉੱਥੇ ਅਸੀਂ ਜਿਹੜਾ ਹੈਗਾ ਉਹ ਕੈਂਪ ਲਗਾਉਣੇ ਸ਼ੁਰੂ ਕੀਤੇ, ਅਵੇਅਰਨੈਸ ਦੇ ਸ਼ੁਰੂ ਕੀਤੇ। ਸਾਡੇ 100 ਕੈਂਪਸ ਦੇ ਵਿੱਚ ਤਕਰੀਬਨ 10 ਲੇਡੀਜ਼ ਅਸੀਂ ਡਾਇਗਨੋਸ ਕੀਤੀਆਂ, ਜਿਹੜਾ ਵੈਰੀ ਸਟਾਰਟ ਅਸੀਂ ਸ਼ੁਰੂਆਤੀ ਸਟੇਜ ਤੇ ਕੈਂਸਰ ਸੀ। ਤੇ ਜਿਹੜੇ ਤਾਂ ਟ੍ਰੀਟਮੈਂਟ ਕਰਾ ਸਕਦੇ ਸੀ ਉਹ ਤੇ ਆਪਣੇ ਫਰਦਰ ਉਹਨਾਂ ਨੇ ਕਰਾ ਲਏ, ਜਿਹੜੇ ਨਹੀਂ ਕਰਾ ਸਕਦੇ ਸੀ ਉਹਨਾਂ ਨੂੰ ਫਿਰ ਅਸੀਂ ਆਪਣੇ ट्रस्ट ਵੱਲੋਂ ਉਹਨਾਂ ਦੀ ਪੂਰਾ ट्रीटमेंट ਨੂੰ ਉਹਨੂੰ स्पॉन्सर किया। नमस्कार, सेहतनामा में आज एक बहुत खास शख्सियत से आपकी मुलाकात कराने जा रहे हैं। 2010 में अपनी पत्नी को खोया कैंसर के चलते, ब्रेस्ट कैंसर के चलते, और उसके बाद अपनी पूरी ज़िंदगी लगा दी लोगों की, मानवता की सेवा में। ब्रेस्ट कैंसर के बारे में लोगों को, महिलाओं को कैसे जागरूक किया जाए, उसके लिए कोशिशें की। और आज अमृत कैंसर फाउंडेशन जो उनकी पत्नी के नाम पर बना है, उसके अलावा 13 ही 13 अस्पताल, गुरु का लंगर, जहां आँखों का इलाज मुफ्त होता है गरीबों के लिए, ज़रूरतमंदों के लिए। और इसके अलावा एक और अस्पताल और दवाइयाँ, एक ऐसी केमिस्ट की दुकान, जहाँ पे केमिस्ट की दुकान तो नहीं कह सकते, ऐसी जगह जहाँ पर दवाइयाँ भी 25% डिस्काउंट में मिल रही हैं। यानी कि 2010 से आज 2022 में, 2010 से जो सफ़र शुरू हुआ आज कहाँ तक पहुँचा है, कैसे पहुँचा है, कैसे खुद में इतनी हिम्मत लाए, इतनी स्ट्रेंथ वो लेकर आए कि अपनी पूरी ज़िंदगी मानवता की सेवा में लगा दी। उन्हीं से बात करते हैं। हरजीत सिंह सब्बरवाल जी से आपकी मुलाकात कराने जा रहे हैं। बहुत बहुत स्वागत हरजीत सिंह सब्बरवाल जी। सेहतनामा में लोगों की सेहत का आप ख्याल रख रहे हैं। सत श्री अकाल। 2010 में पत्नी की मृत्यु हुई, खोया उन्हें आपने कैंसर से, और उसके बाद आपने अवेयरनेस शुरू की ब्रेस्ट कैंसर को लेकर बहुत ज़्यादा। अब तो शायद फिर भी अवेयरनेस है, पर 2010 में सिचुएशन कुछ अलग थी। सबसे पहले तो मैं जानना यही चाहूँगी कि हुआ क्या था जिसने आपकी ज़िंदगी बदल दी, और आज आप लोगों की सेवा में लगे हुए हैं, लोगों की सेहत सुधारने में लगे हुए हैं, समाज सेवा में लगे हैं, उन्हें तकलीफ़ ना हो उसके लिए आप काम कर रहे हैं। 2008 ਦੇ ਵਿੱਚ ਮੇਰੀ ਵਾਈਫ ਨੂੰ ਬ੍ਰੈਸਟ ਕੈਂਸਰ ਡਿਟੈਕਟ ਹੋਇਆ। ਸਾਡੇ ਦੇ ਵਿੱਚ ਇਹ ਇੱਕ ਜਨਰਲ ਧਾਰਨਾ ਇੱਕ ਹੈਗੀ ਹੈ, ਜਿਨ੍ਹਾਂ ਦੇ ਘਰ ਕੈਂਸਰ ਦਾ ਕੋਈ ਕੇਸ ਆ ਜਾਂਦਾ ਤੇ ਸਾਰਿਆਂ ਨਾਲ ਪਹਿਲੇ ਤਾਂ ਪ੍ਰੋਬਲਮ ਇਹ ਹੋ ਜਾਂਦੀ ਹੈ, ਉਹਨਾਂ ਨੂੰ ਸਮਝ ਹੀ ਨਹੀਂ ਲੱਗਦਾ ਕਿ ਫਰਮ ਵੇਅਰ ਟੂ ਸਟਾਰਟ ਦਾ ਟ੍ਰੀਟਮੈਂਟ, ਵੀ ਉਹਦੇ ਡਾਇਗਨੋਸ ਕੀ ਹੈਗੇ ਆ, ਟ੍ਰੀਟਮੈਂਟ ਕੀ ਨੇ। ਔਰ ਜੋ ਸਿਸਟਮ ਇਸ ਟਾਈਮ ਮਾਰਕੀਟ ਦੇ ਵਿੱਚ ਡਾਕਟਰਸ ਵਗੈਰਾ ਦਾ ਚੱਲ ਰਿਹਾ, ਤੇ ਕਿਹੜਾ ਡਾਕਟਰ ਪ੍ਰੋਪਰ ਹੈ ਜੋ ਇਸ ਚੀਜ਼ ਨੂੰ ਟ੍ਰੀਟ ਕਰਦਾ। ਔਰ ਟ੍ਰੀਟਮੈਂਟ ਕਿੱਥੇ ਜਿਹੜਾ ਬਹੁਤ ਵਧੀਆ ਟ੍ਰੀਟਮੈਂਟ ਹੈ, ਕਿੱਥੇ ਨਹੀਂ ਟ੍ਰੀਟਮੈਂਟ, ਕਿੱਥੇ ਐਕਸਪਲੋਇਟ ਕਰਦੇ ਨੇ। ਜਦੋਂ ਇਹ ਸ਼ੁਰੂਆਤ ਹੋਈ ਤੇ ਮੈਂ ਬਟ ਨੈਚੁਰਲ ਮੇਰੀ ਵਾਈਫ ਸੀ, ਉਹਨਾਂ ਨੂੰ ਲੈ ਕੇ ਮੈਂ ਬੜੀ ਜਿੱਥੇ ਜਿੱਥੇ ਟ੍ਰੀਟਮੈਂਟ ਹੁੰਦੇ ਉਹਨਾਂ ਨੂੰ ਲੈ ਕੇ ਗਿਆ। PGI 'ਚ ਵੀ ਟ੍ਰੀਟਮੈਂਟ ਕਰਾਇਆ, ਬੰਬੇ ਵੀ ਕਰਾਇਆ, ਮੈਕਲੋਡਗੰਜ ਵੀ ਮੈਂ ਉਹਨਾਂ ਨੂੰ ਲੈ ਕੇ ਗਿਆ। धर्मशाला की बात कर रहे हैं आप? ਹਾਂ, ਤੇ ਉਸ ਤੋਂ ਬਾਅਦ ਉਹਨਾਂ ਨੂੰ ਲੈ ਕੇ ਗਿਆ। ਅਨਫੋਰਚੂਨੇਟ ਉਹਨਾਂ ਦਾ ਇਤਨਾ ਐਗਰੈਸਿਵ ਟਿਊਮਰ ਬ੍ਰੈਸਟ ਦੇ ਵਿੱਚ ਸੀ, 2010 ਦੇ ਵਿੱਚ ਉਹ 1 ਅਪ੍ਰੈਲ ਨੂੰ ਐਕਸਪਾਇਰ ਕਰ ਗਏ। उसके बाद आपने अमृत कैंसर फाउंडेशन की स्थापना की, उसके बारे में सोचा। अक्सर होता ये है सब्बरवाल जी,
किसी अपने को खोते हैं तो इंसान टूट जाता है, और उस हालात से उबरना एक बड़ा चैलेंज होता है। उस वक्त क्या आपके मन में आया, क्या सोचा आपने कि आपने अब आज आप हज़ारों लाखों लोगों की सेवा कर रहे हैं, उन तक सेहत सहूलतें पहुंचा रहे हैं? ਜਦੋਂ ਮੈਂ ਉਹਨਾਂ ਦਾ ਟ੍ਰੀਟਮੈਂਟ ਕਰਵਾਇਆ ਤੇ ਮੈਨੂੰ ਇਹ ਲੱਗਿਆ ਕਿ ਮੈਂ ਕਾਫੀ ਮਿਹਨਤ ਕਾਫੀ ਰਿਸਰਚ ਕਰਕੇ ਉਹਨਾਂ ਨੂੰ ਮੈਂ ਜਗ੍ਹਾ ਜਗ੍ਹਾ ਤੇ ਲੈ ਕੇ ਗਿਆ। ਜਦੋਂ ਐਕਸਪਾਇਰ ਕੀਤੇ, ਸ਼ੀ ਵਾਜ਼ ਆਰਕੀਟੈਕਟ ਇਨ ਗਵਰਨਮੈਂਟ ਸੈਕਟਰ, तो एक तो उन्होंने जोड़े फंड्स ने काफ़ी ज़्यादा मिले और मैनू एक वाइब्रेशन मेरी वाइफ वालों ही आई भी मेरे फंड्स जितने ने ये तुसी ना कैंसर कॉज वास्ते ही खर्चने जी। ते ये उनकी इच्छा थी? उन्होंने लास्ट टाइम दे जब 2-3 दिन रह गए तो उन्होंने मैनू कहा सी भी मैं तो बहुत सफ़र किया पर मैं चाहती हाँ भी अगर मेरे जो फंड्स या पैसे दे नाल आपां एक एम यही है भी सारी जिंदगी च अगर असी एक या दो लेडीज़ नूं भी बचा पाए तो उन्हां दी जिहड़ी मंशा पूरी हो जाएगी। सो असी एक जनरल एक देखिया एक तो अवेयरनेस साडे लेडीज़ विच बहुत घट है और वो अपने घर ते फैमिली बच्चों च इन्ने को उलझे होंदे हैं कि अपने रेगुलर चैकअप्स वगैरह भी नहीं कराते जी। सो वी स्टार्ट इन 2010 अमृत कैंसर फाउंडेशन, अमृत नाम से उन्होंने नाम से फाउंडेशन बनाई। PGI के नाल असी टाई अप किया तो PGI को एक कैंसर डिटेक्शन की बस सी वो असी अप्रूव करा ली तो इन स्पैन ऑफ 3 ईयर्स असी तकरीबन 80 तो उत्ते जिन्ने गौरमेंट सैक्टर के बैंक सी, कॉरपोरेट ऑफिस सी, कॉलेजिज सी, प्राइवेट इंस्टीट्यूट सी, उत्थे असी जिहड़ा हैगा वो कैंप लगाने शुरू किए, अवेयरनेस दे शुरू किए। स्टार्टिंग असी ये देखा भी असी जिथे जाइए उत्थे जिथे लेडीज़ नूं असी कन्विंस करिए भी तुसी सारे अपना मैमोग्राफी का टेस्ट कराओ तो वो एग्री नहीं करते सी। उन्हां च कोई चीज़ होंदी सी भी अगर निकल आएगा तो फिर की होगी, वो डर, मतलब एक वो कहते ना वो बिल्ली को देख के आंखें बंद कर ली कबूतर ने, मतलब टेस्ट ही मत कराओ, पता ही ना चले, जो होना होगा हो जाएगा। सो असी फिर उसनों ना थोड़ा जिहा मॉडिफाई किया अपने जिहड़ी कैंपेन तो PGI च एक कैंसर डिपार्टमेंट HOD रिटायर होए सी डॉक्टर फिरोजा पटेल जी। उन्होंने मैं कॉन्टैक्ट किया तो मैं उन्होंने कन्विंस किया भी असी कैंप्स लगा रहे हैं तो तुसी एक प्रेजेंटेशन हर साडे कैंप विच दिओ। पहले मैं लेडीज़ उत्थे ऑफिस इकट्ठियां कर लाँगा किसी ना किसी उहदे सैमीनार रूम दे विच, तुसी आडियो वीडियो एक प्रेजेंटेशन दिओ कि ब्रैसट कैंसर सर्विक्स कैंसर होंदा की है, ਇਹਦੇ ਕੀ ਸਿੰਪਟਮਸ ਹੁੰਦੇ ਨੇ, ਸੈਲਫ ਐਗਜ਼ਾਮ ਤੁਸੀਂ ਕਿਵੇਂ ਕਰ ਸਕਦੇ, ਅਗਰ ਹੋ ਜਾਂਦਾ ਤੇ ਫਰਦਰ ਕਿਵੇਂ ਅਸੀਂ ਇਹਨੂੰ ਪ੍ਰੋਸੀਡ ਕਰ ਸਕਦੇ। ਉਹਨਾਂ ਨੇ ਮੇਰੀ ਰਿਕੁਐਸਟ ਮੰਨ ਲਈ ਤੇ ਮੈਨੂੰ ਖੁਸ਼ੀ ਹੈ ਕਿ ਅੱਜ ਡੇਟ ਤੱਕ ਤਕਰੀਬਨ 130 ਕੈਂਪਸ ਅਸੀਂ ਜੁਆਇੰਟਲੀ ਉਹ ਹਰ ਜਗ੍ਹਾ ਤੇ ਸਾਡੇ ਨਾਲ ਜਾਂਦੇ ਆ। ਅਸੀਂ ਪਹਿਲੇ ਲੇਡੀਜ਼ ਨੂੰ ਉੱਥੇ ਇਕੱਠਾ ਕਰਦੇ ਆ, ਉਹਨਾਂ ਨੂੰ ਸੈਮੀਨਾਰ ਕਰਾ ਕੇ ਸਮਝਾਉਂਦੇ ਆ, ਉਸ ਤੋਂ ਬਾਅਦ फिर एक सैशन करते हैं उन्होंने क्योंकि वो लेडीज़ असी तो इंट्रोडक्शन दे के ना उस रूम चो बाहर निकलाने, फिर एक सैशन करते हैं भी लेडीज़ नूं भी तुहाडे कोल परसनल क्वेश्चन आंसर ने तुसीं डॉक्टर साहब नाल ओपनली डिस्कस करो। क्योंकि मैं देखा भी कई बार इवें होंदा भी लेडीज़ नूं प्रॉब्लम है अपने हसबैंड नाल भी नहीं डिस्कस करते। सो ओपनली डिस्कस करो, थोड़ा थोड़ा लोगों ने लेडीज़ कॉन्फिडेंस बनना शुरू हो गया उहदे नाल। उस तो बाद असीं बड़ा अच्छा उत्थे एक हाइट ही उन्हां वास्ते रखते सी ते नाल ही PGI की गड्डी खड़ी करते सी ते तकरीबन 70 तो लैके 80 लेडीज़ नूं असीं उत्थे डायगनोज करते। ये साडा प्रोसैस शुरू हो गया तो असीं देखिया भी साडे 100 कैंप्स दे विच तकरीबन 10 लेडीज़ असीं डायगनोज कीतियां जिहड़ा वैरी स्टार्ट असीं शुरुआती स्टेज ते कैंसर सी, अर्ली सिम्पटम्स, हाँ वो असीं उन्हां नूं डिटैक्ट कर लिया तो फिर उन्हां दे फर्दर टैसट वगैरह जिहड़े वो असी उन्होंने प्लान करते PGI वगैरह ते जिहड़े तां ट्रीटमेंट करा सकते सी वो तो अपने फर्दर उन्होंने करा ले, जिहड़े नहीं करा सकते सी उन्होंने फिर असी अपने ट्रस्ट वालों उन्होंने पूरा ट्रीटमेंट नूं उन्होंने स्पॉन्सर किया, फ्री सर्जरी कराया। तो मैं अपने आप नूं ये महसूस करदा सी भी लोकां नूं अवेयरनेस घट है भी जिन्हां दे घर कैंसर हो जाता उन्होंने एक बंदा गाइड करने वास्ते चाहिए है भी जिहड़ा उन्होंने प्रॉपरली जैनुअनली गाइड करे भी हुण तुहाडा अगर ये स्टेज है तो तुहानूं अगे ट्रीटमेंट कित्थे कराना चाहिए, किहड़ा प्रॉपर डॉक्टर है, किहड़ा प्राइवेट च किहड़ा PGI च बैठा। असीं उस हिसाब नाल कुछ जिहड़े बहुत वधिया डॉक्टर नॉर्थ इंडिया उन्हां नाल टाई अप्स भी कर ले, PGI च भी कर लिया, लुधियाने भी कर लिया तो वो सानूं हौली हौली करते करते हुण
ਮੇਰੇ ਕੋਲ ਤਕਰੀਬਨ ਤੁਸੀਂ ਮੰਨ ਕੇ ਚੱਲੋ ਵੀ 200 ਤੋਂ ਉੱਤੇ ਕੈਂਸਰ ਪੇਸ਼ੈਂਟਸ ਜਿਹੜੇ ਨੇ ਉਹ ਪਰ ਈਅਰ ਆਉਂਦੇ ਆ, ਤੇ ਵਿੱਚੋਂ 60 ਤੋਂ 70 ਦਾ ਟ੍ਰੀਟਮੈਂਟ ਵੀ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਦਾ ਕਰਾਉਂਦੇ ਹਾਂ। ਤੇ ਹੁਣ ਇੰਨੀ ਅਵੇਅਰਨੈਸ ਤੋਂ ਬਾਅਦ ਹੁਣ ਮੈਨੂੰ ਇਹ ਲੱਗਦਾ ਵੀ ਅਸੀਂ ਜਿੱਥੇ ਰਿਪੀਟ ਵੀ ਕਰਦੇ ਆ 2 ਸਾਲ ਬਾਅਦ ਕੈਂਪ, ਹੁਣ ਲੇਡੀਜ਼ ਖੁਦ ਆਉਂਦੀਆਂ ਔਰ ਖੁਦ ਹੀ ਸਾਨੂੰ ਕਰਦੇ ਵੀ ਸਾਡੇ ਆਫਿਸ ਹੀ ਤੁਸੀਂ ਕੈਂਪ ਲਗਾਓ, ਵੀ 2 ਸਾਲ ਹੋ ਗਏ ਨਾ ਸਾਨੂੰ ਮੈਮੋਗ੍ਰਾਫੀ ਕਰਾਈ ਤੇ ਤੁਸੀਂ ਫੇਰ ਕਰਾਓ, ਕਿਉਂਕਿ ਅਦਰਵਾਈਜ਼ ਮੈਮੋਗ੍ਰਾਫੀ ਜੇ ਅੱਛੀ ਮਸ਼ੀਨ ਦੇ ਬਾਹਰੋਂ ਕਰਾਉਂਦੇ ਤਾਂ ਇਟ ਟੇਕਸ ਅਰਾਊਂਡ 4000 ਰੁਪੀਸ। ਓਕੇ, ਉਹ ਲੇਡੀਜ਼ ਇੱਕ ਮੈਂ ਦੇਖਿਆ ਹੈਗਾ, ਉਹ ਨਿਆਣਿਆਂ ਤੇ ਇੰਨੇ ਖਰਚ ਦੇਣਗੇ, ਆਪਣੇ ਤੇ ਖਰਚਣ ਨੂੰ 4000 ਬਹੁਤ ਜ਼ਿਆਦਾ ਲੱਗਣੇ ਸ਼ੁਰੂ। ਤਾਂ ਸਗੋਂ ਮੈਂ ਉਹਨਾਂ ਨੂੰ ਸਾਰਿਆਂ ਨੂੰ ਜਦੋਂ ਲੈਕਚਰ ਮੈਂ ਇੱਕ ਛੋਟਾ ਇਨੀਸ਼ੀਅਲ ਦਿੰਦਾ, ਮੈਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਆਪਣੇ ਹਸਬੈਂਡ ਨੂੰ ਇੱਕ ਗੱਲ ਕਹੋ ਵੀ ਮੇਰੇ ਬਰਥਡੇ ਤੇ ਜਾਂ ਮੈਰਿਜ ਐਨਵਰਸਰੀ ਤੇ ਮੈਨੂੰ ਗਿਫਟ ਦਿਓ ਨਾ ਦਿਓ, ਮੇਰੇ ਵਾਲੇ ਟੈਸਟ ਤੁਸੀਂ ਜ਼ਰੂਰ फ्री करो। कुछ असर हुआ इस तरह की जागरूकता फैलाने का? बहुत ज़्यादा। 2010 में जो सफ़र शुरू हुआ, सिलसिला जो शुरू हुआ, वो अब 2022 में कहाँ तक पहुँचा? आ रही हैं महिलाएं आती हैं खुद कि हाँ भी हमें टेस्ट कराना है? नहीं ਹੁਣ ਤਾਂ ਕਾਫੀ ਹੈ ਜੀ। ਹੁਣ ਤਾਂ ਤੁਸੀਂ ਇੱਕ ਚੀਜ਼ ਇਹ ਦੇਖੋ, ਪਹਿਲੇ ਅਸੀਂ ਜਿਹੜੀ ਬੱਸ ਸੀ ਉਹ ਪੀਜੀਆਈ ਦੀ ਸੀ, ਪਰ 2015 ਚੋਂ ਬੱਸ ਖਤਮ ਹੋ ਗਈ, ਇਹਨਾਂ ਨੇ ਕਰਤੀ ਜੀ। ਫਿਰ ਥੋੜਾ ਜਿਹਾ ਸਾਨੂੰ ਪ੍ਰੋਬਲਮ ਨੇ, ਉਸ ਤੋਂ ਬਾਅਦ ਪਰਮਾਤਮਾ ਨੇ ਕਿਰਪਾ ਕੀਤੀ ਤੇ ਅਸੀਂ ਅੰਮ੍ਰਿਤ ਕੈਂਸਰ ਫਾਊਂਡੇਸ਼ਨ ਵੱਲੋਂ 2 ਕਰੋੜ ਰੁਪਏ ਦੀ ਇੱਕ ਡਿਜੀਟਲ ਮੈਮੋਗ੍ਰਾਫੀ, ਬੋਨ ਡੈਂਸਿਟੀ ਤੇ ਕਾਰਪੋਸਕੋਪੀ, ਅਸੀਂ 2 ਚੀਜ਼ਾਂ ਹੋਰ ਐਡ ਕਰਤੀਆਂ। ਕਹਾਂ ਪਰ ਇਹ ਬੱਸ ਅਵੇਲੇਬਲ ਹੁੰਦੀ ਹੈ? ਇਹ ਬੱਸ ਜਿਹੜੀ ਹੈਗੀ ਜੀ ਐਵਰੀ ਵੈਡਨਸਡੇ ਨੂੰ ਇਹ ਸੈਕਟਰ 38 ਗੁਰਦੁਆਰੇ ਦੇ ਬਾਹਰ ਅਸੀਂ ਖੜੀ ਕਰਦੇ ਹਾਂ। ਉਸ ਤੋਂ ਇਲਾਵਾ ਮਹੀਨੇ ਦੇ ਵਿੱਚ 8 ਕੈਂਪਸ ਸਾਡੇ ਹੁੰਦੇ, ਜੋ ਵੀ ਸਾਨੂੰ ਕਾਲ ਕਰਦਾ ਜੀ ਤੇ ਅਸੀਂ ਉੱਥੇ ਉਹਦੇ ਪਲੇਸ ਤੇ ਜਾ ਕੇ ਫ੍ਰੀ ਆਫ ਕਾਸਟ ਕੈਂਪਿੰਗ ਅਸੀਂ ਕਰਦੇ ਹਾਂ। ਔਰ ਚੰਡੀਗੜ੍ਹ ਔਰ ਉਸਕੇ ਆਸ-ਪਾਸ ਨਹੀਂ, ਆਸ-ਪਾਸ ਵੀ ਜਲਦੀ ਜੀ, ਹੁਣ 17-18 2 ਦਿਨ ਕੁਸ਼ੇਤਾ ਯੂਨੀਵਰਸਿਟੀ 'ਚ ਕੈਂਪ ਲੱਗਣਾ ਜੀ। ਉਸ ਤੋਂ ਬਾਅਦ ਹਾਂ 20-21 ਨੂੰ ਇਹ ਬੱਦੀ ਦੇ ਵਿੱਚ ਵਰਧਮਾਨ ਜੋ ਇੰਡਸਟਰੀਅਲ ਯੂਨਿਟਸ ਨੇ ਉਹਦੇ 'ਚ 2 ਦਿਨ ਗੱਡੀ ਜਾਣੀ ਹੈ। ਫਿਰ ਉਸ ਤੋਂ ਬਾਅਦ ਇੱਧਰ ਯੂਨੀਵਰਸਿਟੀ ਕਢੂਆ ਯੂਨੀਵਰਸਿਟੀ ਦੇ ਵਿੱਚ 2-3 ਜਾਣੀ। ਫਿਰ ਉਹ ਲੱਕੀ ਲੋਕ ਸਾਨੂੰ ਅਪਰੋਚ ਕਰਦੇ ਆ ਤੇ ਅਸੀਂ ਫਿਰ ਉਹਨਾਂ ਨੂੰ पूरी टीम तो पूरी बस फ्री ऑफ कॉस्ट ऐसी उन्होंने प्रोवाइड कर दी। तो ये अमृत कैंसर फाउंडेशन से ये सिलसिला शुरू हुआ, लेकिन आज आप गुरु का लंगर, आँखों का मुफ्त इलाज कर रहे हैं। 13 अस्पताल है सेक्टर 45 चंडीगढ़ में, 26 सेक्टर में एक अस्पताल, और उसके अलावा सेक्टर 32 में आप जो दवाइयाँ हैं वो भी डिस्काउंटेड रेट्स पे मिल रही है। तो वहाँ से यहाँ तक का सफ़र कैसे रहा? एक ब्रेस्ट कैंसर और कैंसर को लेकर अवेयरनेस से शुरुआत से यहाँ तक कैसे पहुँचे? बस ये तो जी परमात्मा की कृपा हैगी है, क्योंकि जब कैसे सोचा कि अब आँखों का अस्पताल भी खोल रहे हैं गुरु का लंगर करके, और वहाँ पूरे देश से वहाँ लोग आते हैं जगह जगह जहाँ फ्री में आँखों का कैटरेक्ट का इलाज होता है। एक गुरु का लंगर एक बड़ी डिफरेंट जी सोच है जो परमात्मा ने सानू दिती है कि जिमें असी गुरुद्वारे मंदिरां 'च अजकल लंगर लगाते हैं, सड़कों ते खड़े होकर लोगों को पूड़ियाँ छोले वंडी जाते हैं, ब्रैड वंडी जाने, रसगुल्ले वंडी जा रहे हैं। तो परमात्मा दी एक वाइब्रेशनस आई हैं भी आपां ने बहुत हो गया है वाला हुण काम, ते आपां नूं थोड़ा जिहा हुण ना लोकां नूं एक्चुअली लोड़ जिहड़ी है इस टाइम 2 चीज़ां ने, एक एजुकेशन ते हैल्थ। और हैल्थ का इंफ्रास्ट्रक्चर इंडिया तो बहुत ज़्यादा महंगा हो गया। ਹੁਣ ਇਸ ਟਾਈਮ ਅੱਜ ਦੀ ਡੇਟ ਵਿੱਚ ਇਹ ਹੈਗਾ ਵੀ ਤੁਸੀਂ ਕੋਈ ਵੀ ਗਵਰਨਮੈਂਟ ਹਸਪੀਟਲ ਹੈ, ਕਿਸੇ ਚਾਹੇ ਪੀਜੀਆਈ ਨੇ ਚਾਹੇ ਦੂਸਰੇ ਕਿਸੇ ਹਸਪਤਾਲ ਦੇ ਵਿੱਚ ਫ੍ਰੀ ਆਫ ਕਾਸਟ ਕਿਸੇ ਬੰਦੇ ਵਾਸਤੇ ਕੋਈ ਟ੍ਰੀਟਮੈਂਟ ਨਹੀਂ। ਸੋ ਇਹ ਪਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ। ਇੱਕ ਆਈ ਹਸਪੀਟਲ ਜਿਹੜਾ ਹੈਗਾ ਫੁੱਲ ਫਲੈਜ ਆਈ ਹਸਪੀਟਲ ਜਿਹੜਾ 2014 'ਚ ਬਣਿਆ, ਤੇ ਉਹ 2018 ਦੇ ਵਿੱਚ ਉਹਨੂੰ ਅਸੀਂ ਕਨਵਰਟ ਕਰਤਾ, ਉਹਦਾ ਨਾਂ ਹੀ ਗੁਰੂ ਕਾ ਲੰਗਰ ਆਈ ਹਸਪੀਟਲ ਰੱਖਿਆ ਗਿਆ। ਸੈਕਟਰ 18 ਸੈਕਟਰ 18 ਦੇ ਵਿੱਚ ਹੈ। ਤੇ ਅੱਜ ਤਕਰੀਬਨ 800 ਪੇਸ਼ੈਂਟ ਪਰ ਡੇ ਜੀ ਉੱਥੇ ਆਉਂਦਾ, ਤੇ ਜਿੱਥੇ ਉਹਨਾਂ ਦਾ ਪੂਰਾ ਟ੍ਰੀਟਮੈਂਟ ਚੈੱਕਅਪ ਤੋਂ ਲੈ ਕੇ ਸਰਜਰੀ ਤੱਕ ਟੋਟਲ ਫ੍ਰੀ ਆਫ ਕਾਸਟ ਹੈ। ਕਹਾਂ ਸੇ ਲੋਕ ਆਤੇ ਹੈ? ਇਹਦੇ ਵਿੱਚ ਜੀ 200 ਪੇਸ਼ੈਂਟ ਸਾਡੇ ਦਿੱਲੀ ਤੋਂ ਅੱਗੇ ਆਉਂਦੇ, ਝਾਰਖੰਡ, ਬਿਹਾਰ, ਯੂਪੀ, ਰਾਜਸਥਾਨ, ਉੱਥੋਂ ਲੋਕ ਆਉਂਦੇ ਨੇ, ਕਿਉਂਕਿ ਉੱਥੇ ਸਾਰਿਆਂ ਨਾਲੋਂ ਵਧੀਆ ਜਿਹੜੀ ਚੀਜ਼ ਹੈ ਇੱਕ ਤਾਂ ਸਾਰਾ ਟ੍ਰੀਟਮੈਂਟ ਟੋਟਲ ਫ੍ਰੀ ਆਫ ਕਾਸਟ ਹੈ। मैं ਤੁਹਾਨੂੰ एक गल दसदा कि कैटरेक्ट सर्जरी जी है ना वो फिर भी कई ऑर्गेनाइजेशन कैंप को बुला के फ्री कर देंगे। रैटिना का ट्रीटमेंट अज तक दुनिया दे विच किधरे ना डायगनोज करते हैं तो ना ही ट्रीटमेंट होंदा। पीजीआई भी अगर कोई रैटिना का पेशेंट चला जाता, अगर पूरा ट्रीटमेंट होंदा तो 1 लाख रुपए तो उसका खर्चा है। अच्छा। और ਜਿਹੜੇ जिन्ने छोटे हॉस्पिटल ने चाहे पंजाब दे चाहे हरियाणा किसी भी जगह पर रैटिना की फैसिलिटी नहीं है।
ਸਿਰਫ ਮੇਜਰ ਹਸਪੀਟਲਸ ਦੇ 'ਚ ਉਹਦੇ 'ਚ ਖਰਚੇ ਵਧੇ। ਇਹ ਉਹ ਸੈਂਟਰ ਹੈ ਸਾਡੇ ਵਾਲਾ ਜਿੱਥੇ ਰੈਟਨਾ ਦਾ ਕੰਪਲੀਟ ਟ੍ਰੀਟਮੈਂਟ ਟੋਟਲ ਫ੍ਰੀ ਆਫ ਕਾਸਟ ਕੀਤਾ ਜਾਂਦਾ। ਸਰਜਰੀ ਜਿਹੜੀ ਪੀਜੀਆਈ 70,000 ਰੁਪਏ 'ਚ ਹੁੰਦੀ, ਉਹ ਵੀ ਰੈਟਨਾ ਦੀ ਫ੍ਰੀ ਹੁੰਦੀ। ਇੱਕ ਇੰਜੈਕਸ਼ਨ ਅੱਖ 'ਚ ਲੱਗਦਾ ਹੈ 10,000 ਰੁਪਏ ਦਾ ਇੱਕ ਇੰਜੈਕਸ਼ਨ ਹੁੰਦਾ, ਤੇ ਉਹ 250 ਤੋਂ ਉੱਤੇ ਇੰਜੈਕਸ਼ਨ ਜਿਹੜੇ ਨੇ ਰੈਟਨਾ ਦੇ ਉਹ ਸਾਡੇ ਫ੍ਰੀ ਲੱਗਦੇ ਨੇ। ਕੋਰਨੀਆ ਟ੍ਰਾਂਸਪਲਾਂਟ ਜਿਹੜੇ ਜਿਨ੍ਹਾਂ ਦੀਆਂ ਕੋਰਨੀਆ ਖਰਾਬ ਹੋ ਜਾਂਦੇ, ਉਹਦਾ ਵਰਲਡ 'ਚ ਇੱਕੋ ਟ੍ਰੀਟਮੈਂਟ ਹੈ ਕਿ ਡੈੱਡ ਬੋਡੀਜ਼ ਦੇ ਵਿੱਚ ਉਹ ਕੋਰਨੀਆ ਕੱਢ ਕੇ ਉਹ ਪਾਉਂਦੇ। ਤੇ ਸਾਨੂੰ 3 ਸਾਲ ਹੋਏ ਨੇ ਜੀ ਸ਼ੁਰੂ ਕੀਤਿਆਂ, ਪਰਮਾਤਮਾ ਦੀ ਕਿਰਪਾ ਨਾਲ 250 ਕੋਰਨੀਆ ਅਸੀਂ ਪਰ ਈਅਰ 250 ਕੋਰਨੀਆ ਸਾਲ ਦੇ ਅਸੀਂ ਪਿਛਲੇ ਸਾਲ ਅਸੀਂ ਲੋਕਾਂ ਦੇ ਕੀਤੇ। ਔਰ ਸਾਰਿਆਂ ਨਾਲੋਂ ਵੱਡੀ ਗੱਲ ਹੈ ਕਿ ਉੱਥੇ ਇੱਕ ਵੀ ਪੈਸਾ ਨਹੀਂ ਚਾਰਜ ਹੁੰਦਾ, ਲੰਗਰ ਪਾਣੀ ਵੀ ਮਿਲਦਾ। ਔਰ ਸਾਰਿਆਂ ਨਾਲ ਇੱਕ ਜਿਹੜੀ ਉੱਥੋਂ ਦੀ ਖੂਬਸੂਰਤੀ ਇਹ ਹੈ, ਪਰਮਾਤਮਾ ਨੇ ਸਾਨੂੰ ਦਾਤ ਦਿੱਤੀ ਹੈ, ਜਿਹੜੇ ਦੂਰੋਂ ਦਰਾਜ ਤੋਂ ਪੇਸ਼ੈਂਟ ਆਉਂਦੇ ਉਹਨਾਂ ਨੂੰ ਕਿਰਾਇਆ ਵੀ ਉੱਥੇ ਆਉਣ ਜਾਣ ਦਾ। ਅੱਛਾ, ਇਹ 13 ਹੀ 13 ਗੁਰੂ ਨਾਨਕ देव जी ਦਾ ਦਿੱਤਾ ਹੋਇਆ वाक्य 13 ही 13, ये जो 13 ही 13 अस्पताल और उसके बाद जहाँ पे टेस्ट जो है वो बाद में वो 13 लिखा हुआ होता है, 13 रुपए लास्ट में होते हैं, तो ये क्या कॉन्सेप्ट था? और उसके बाद जो दवाइयाँ कैसे आपने सोची कि 25% डिस्काउंट में दवाइयाँ भी अवेलेबल करानी चाहिए, और इन सब के लिए फंड्स कैसे अरेंज होते हैं? देखो 13 मिशन ਜਿਹੜਾ ਨਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤਾ ਸੀ, ਉਹਨਾਂ ਦੇ ਪਿਤਾ ਜੀ ਨੇ 20 ਰੁਪਏ ਦੇ ਕੇ ਉਹਨਾਂ ਨੂੰ ਭੇਜਿਆ ਵੀ ਜਾ ਕੇ ਵਪਾਰ ਕਰਕੇ ਆਓ। ਜਦੋਂ ਲੈ ਕੇ ਗਏ ਤੇ ਉਹਨਾਂ ਨੂੰ ਰਸਤੇ 'ਚ ਫਕੀਰ ਮਿਲ ਗਏ ਜਿਹੜੇ ਭੁੱਖੇ ਸੀ, ਬੜੇ ਦਿਨ ਤੋਂ ਚੱਲਦੇ ਪਏ ਸੀ। ਗੁਰੂ ਸਾਹਿਬ ਨੇ 20 ਰੁਪਏ ਦਾ ਉਹ ਸਾਰਿਆਂ ਦਾ ਉਹਨਾਂ ਨੂੰ ਲੰਗਰ ਲਾ ਕੇ ਤੇ ਘਰ ਆ ਕੇ ਫਾਦਰ ਸਾਹਿਬ ਨੇ ਉਹਨਾਂ ਨੂੰ ਝਿਣਕਿਆ ਵੀ, ਕਾਫੀ ਕੁਝ ਕਿਹਾ ਵੀ। ਉਸ ਟਾਈਮ 20 ਰੁਪਏ ਦੀ ਵੈਲਿਊ ਬਹੁਤ ਜ਼ਿਆਦਾ ਹੁੰਦੀ ਸੀ ਵੀ ਤੁਸੀਂ ਕਿਹੜਾ ਸੌਦਾ ਕਰ ਗਏ, ਤੇ ਉਹ ਕਹਿੰਦੇ ਸੀ ਮੈਂ ਸੱਚਾ ਸੌਦਾ ਕਰਕੇ ਆਇਆ। ਤੇ ਉਹਨਾਂ ਦੇ 20 ਰੁਪਏ ਦੀ ਜਿਹੜੀ ਹੈਗੀ ਅੱਜ ਤੱਕ ਬਖਸ਼ਿਸ਼ ਚੱਲਦੀ ਹੈ ਵੀ ਇਹ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੇ, ਔਰ ਇਹਨੂੰ ਜਿੰਨਾ ਵੰਡੋਗੇ ਉਨੀਆਂ ਬਖਸ਼ਿਸ਼ਾਂ ਰਹਿਮਤਾਂ ਘਰਾਂ 'ਚ ਸੁੱਖ ਸ਼ਾਂਤੀ ਆਏਗੀ। ਇਹ ਸਾਨੂੰ ਦਾਤ ਮਿਲੀ ਹੈ ਜੀ ਜਦੋਂ 2020 ਦੇ ਵਿੱਚ ਕੋਵਿਡ ਆਇਆ ਜੀ, ਤੇ ਕੋਵਿਡ ਦੇ ਵਿੱਚ ਗੁਰੂ ਸਾਹਿਬ ਨੇ ਸਾਡੇ ਤੋਂ ਬੜੀ ਕਿਰਪਾ ਕਰਕੇ ਸਾਡੇ ਕੋਲੋਂ ਸੇਵਾ ਲਈ, ਔਰ 36 ਘੰਟੇ 'ਚ ਅਸੀਂ 50 ਬੈੱਡ ਦਾ ਹਸਪਤਾਲ ਜਿਹੜਾ ਪ੍ਰੋਪਰ ਹਸਪੀਟਲ ਬਣਾਇਆ। ਉਹ 45 ਦਿਨ ਚੱਲਿਆ, 250 ਤੋਂ ਉੱਤੇ ਕੋਵਿਡ ਪੇਸ਼ੈਂਟ ਜਦੋਂ ਬਿਲਕੁਲ ਸਾਰਿਆਂ ਪਾਸੇ ਜਿਹੜਾ ਸੀ ਗੌਰਮੈਂਟ ਔਰ ਪ੍ਰਾਈਵੇਟ ਸਾਰਾ ਸਿਸਟਮ ਫੇਲ ਹੋ ਗਿਆ। ਸਿਲੰਡਰ ਇੱਕ ਸਿਲੰਡਰ 30-30 ਹਜ਼ਾਰ ਦਾ ਵਿਕਦਾ ਸੀ, ਨਾ ਕਿਤੇ ਹਸਪੀਟਲ ਵਿੱਚ ਆਕਸੀਜਨ ਦੀ ਫੈਸਿਲਿਟੀ ਸੀ, ਨਾ ਵੈਂਟੀਲੇਟਰ ਦੀ ਫੈਸਿਲਿਟੀ ਸੀ, ਨਾ ਬੈੱਡ ਮਿਲਦਾ ਸੀ ਕਿਤੇ। ਉਸ ਟਾਈਮ ਪਰਮਾਤਮਾ ਨੇ ਕਿਰਪਾ ਕੀਤੀ ਔਰ ਸੰਗਤ ਨੇ ਸਾਨੂੰ ਇੰਨਾ ਪਿਆਰ ਕੀਤਾ, ਤੇ ਗੁਰੂ ਸਾਹਿਬ ਨੇ ਉੱਥੇ ਸਾਨੂੰ 13 ਦੀ ਦਾਤ ਦਿੱਤੀ। ਉਸ 13 ਤੋਂ ਪਹਿਲੇ ਇੱਕ ਹਸਪੀਟਲ 45 'ਚ ਬਣਾਇਆ ਜਿੱਥੇ 13 ਡਾਕਟਰ ਅਸੀਂ ਰੱਖੇ, ਤੇ ਸਾਡੇ ਡਾਕਟਰ ਜੋ ਦਵਾਈ ਲਿਖਦੇ ਆ ਉਹ 13 ਰੁਪਏ ਹੀ ਪਰ ਡੇ 'ਚ ਮਿਲਦੀ, ਚਾਹੇ 25 ਰੁਪਏ ਦੀ ਹੋਵੇ, ਚਾਹੇ 50 ਦੀ, ਚਾਹੇ 100 ਰੁਪਏ ਦੀ ਹੋਵੇ। ਟੈਸਟ ਵੀ ਅਸੀਂ 13 ਰੁਪਏ ਤੇ ਕੀਤੇ। ਸਾਡੇ ਉੱਥੇ MRI ਹੁੰਦੀ ਹੈ ਜੀ ਜਿਹੜੀ ਮਾਰਕੀਟ ਵਿੱਚ 5000 ਰੁਪਏ ਦੀ MRI, ਉਹ ਵੀ 1313 ਰੁਪਏ 'ਚ ਕਰਦੇ ਆ। ਪਰ ਇਹ ਸਾਰਿਆਂ ਦੇ ਪਿੱਛੇ ਇੱਕ ਚੀਜ਼ ਹੈਗੀ, ਜਿਹੜਾ ਗਰੀਬ ਲੋੜਵੰਦ ਉੱਥੇ ਕਹਿੰਦਾ ਮੈਂ ਟੈਸਟ ਨਹੀਂ ਕਰਵਾ ਸਕਦਾ, ਅਲਟਰਾਸਾਊਂਡ ਨਹੀਂ ਕਰਵਾ, ਉਹਨੂੰ ਸਾਰਾ ਕੁਝ ਫ੍ਰੀ ਹੈ ਜੀ। ਸੈਕਿੰਡ ਸਟੈਪ ਆ ਗਏ ਜਦ ਇੱਕ ਲੈਵਲ ਤੇ ਆ ਕੇ ਜਿਹੜੇ ਬੰਦੇ ਦਵਾਈਆਂ ਨਾਲ ਠੀਕ ਹੋ ਜਾਂਦੇ ਉਹ ਤੇ ਠੀਕ ਹੈ, ਪਰ ਹੁਣ ਜਿਨ੍ਹਾਂ ਦਾ ਸਰਜੀਕਲ ਪਾਰਟ ਆ ਜਾਂਦਾ, ਜਿਨ੍ਹਾਂ ਨੇ ਸਰਜਰੀ ਕਰਾਣੀ ਹੈ, ਗਾਲ ਬਲੈਡਰ ਸਟੋਨ, ਯੂਟਰਸ ਮੂਵਰ, ਪ੍ਰੋਸਟੇਟ, ਹਰਨੀਆ, डिफरेंट टाइप दी, वो फिर बाहर जाके प्राइवेट दे हाथ चढ़ जाते। फिर और सोचा कि एक अस्पताल भी खोलना चाहिए जहाँ सर्जरी हो, सर्जिकल, वो भी आपने, क्योंकि ਉਹਦੇ ਚ ਨਾ ਉਸ ਟਾਈਮ ਇਹ ਹੋ ਗਿਆ ਕਿ 2020 ਤੋਂ ਲੈ ਕੇ 2022 ਤੱਕ 2.5 ਸਾਲ ਟੋਟਲ ਗਵਰਨਮੈਂਟ ਹਸਪੀਟਲ ਨੇ ਸਰਜਰੀਆਂ ਬੰਦ ਕੀਤੀਆਂ। 2.5 ਸਾਲ ਬੰਦ ਰਿਹਾ, ਉਹ ਲੋਕਲ ਗਰੀਬ ਜਿਹੜਾ ਬੰਦਾ ਸੀ ਉਹ ਸੜਕਾਂ ਤੇ ਧੱਕੇ ਖਾ ਰਿਹਾ ਸੀ। ਪ੍ਰਾਈਵੇਟ ਵਾਲਿਆਂ ਨੇ ਪਹਿਲੇ ਤੋਂ ਰੇਟ 40% ਵਧਾਤੇ ਵੀ ਹੁਣ ਇਹਨਾਂ ਨੇ ਜਾਣਾ ਨਹੀਂ ਕਿਧਰ, ਸਾਡੇ ਕੋਲ। ਉਸ ਟਾਈਮ ਫਿਰ ਪਰਮਾਤਮਾ ਨੇ ਕੀਤੀ, ਅਸੀਂ 30 ਬੈੱਡ ਦਾ ਐਡਵਾਂਸ ਹਸਪੀਟਲ ਬਣਾਇਆ ਸੈਕਟਰ 26 ਸੈਕਟਰ 'ਚ 13 ਦਾ ਹੈ ਹਸਪੀਟਲ ਹੈ ਜੀ। ਉਹਦੇ ਵਿੱਚ ਤਕਰੀਬਨ 125 ਸਰਜਰੀ ਅਸੀਂ ਪਰ ਮੰਥ ਉੱਥੇ ਕਰਦੇ ਹਾਂ ਸਾਰੀਆਂ, ਤੇ ਉੱਥੇ ਵੀ ਚਾਰਜ ਅਸੀਂ 13000 ਰੁਪਏ ਰੱਖਿਆ, ਜਿਹੜਾ ਮਾਰਕੀਟ ਹੀ 60 ਤੋਂ 80000 ਚਾਰਜ ਕਰਦੇ, ਪਰ ਉਹ ਵੀ 13000 ਦੇ ਵਿੱਚ ਵੀ ਜਿਹੜੇ ਨਹੀਂ ਕਰ ਸਕਦੇ ਫ੍ਰੀ ਕਰਦੇ। ਤੇ ਸਾਨੂੰ ਤਕਰੀਬਨ 1.25 ਸਾਲ ਹੋਇਆ ਉਹ ਹਸਪੀਟਲ ਨੂੰ ਖੋਲ੍ਹੇ ਨੂੰ, ਤੇ 1200 ਤੋਂ ਉੱਤੇ ਸਰਜਰੀਆਂ ਜਿਹੜੀਆਂ ਉਹ फ्री कीतियां जा चुकी हैं। सो आखिरी सवाल, फंड्स की कभी दिक्कत नहीं आई? इतना कुछ आप कर रहे हैं लोगों की सेवा के लिए, लोगों की सेहत सुधारने के लिए, कभी फंड्स की प्रॉब्लम नहीं आई? मैनू ना गुरु नानक साहब ने एक गल बड़ी प्यार नाल समझाई हुई है
ਕਿ ਇਹ ਜਿੰਨੇ ਅਦਾਰੇ ਇੱਥੇ ਚੱਲਦੇ ਹੈ ਉਹ ਸਾਰੇ ਦੇ ਓਨਰ ਜਿਹੜੇ ਨੇ ਗੁਰੂ ਨਾਨਕ ਸਾਹਿਬ ਨੇ। ਔਰ ਜੇ ਮਾਲਕ ਇੰਨਾ ਸ਼ਹਿਨशाह ਸਾਰੀ ਆ ਦੁਨੀਆ ਨੂੰ ਦੇ ਕੇ ਵੀ ਨਹੀਂ ਥੱਕਦਾ ਤੇ ਉਹਦੇ ਘਰ ਦੇ ਵਿੱਚ ਕਮੀ ਨਹੀਂ ਹੋ ਸਕਦੀ। ਪਰ ਉਹਨਾਂ ਨੇ ਇੱਕ ਕੰਡੀਸ਼ਨ ਮੈਨੂੰ ਲਾਈ ਹੋਈ ਹੈ, ਉਹ ਮੈਂ ਸਾਰਿਆਂ ਨੂੰ ਦੱਸਦਾ ਹੁੰਦਾ ਵੀ ਉਹਨਾਂ ਨੇ ਮੈਨੂੰ ਇੱਕ ਕੰਡੀਸ਼ਨ ਲਾਈ ਹੈ, ਇੱਕ ਸਿੰਸੀਅਰਿਟੀ ਤੇ ਇੱਕ ਇਮਾਨਦਾਰੀ। ਜਦ ਤੱਕ ਪੁੱਤਰ ਤੂੰ ਦੋ ਚੀਜ਼ਾਂ ਤੇਰੇ ਕੋਲ ਰਹਿਣਗੀਆਂ ਤੇ ਮੈਂ ਤੇਰੇ ਕੋਲ ਬੈਠਾ, ਜਿਸ ਦਿਨ ਤੂੰ ਇਹਦੇ ਵਿੱਚ ਵੀ ਕੰਪਰੋਮਾਈਜ਼ ਕਰ ਲੈ ਹੈਰਾ ਫੇਰੀ ਕਰ, ਫਿਰ ਤੂੰ ਆਪਣੀ ਜ਼ਿੰਮੇਵਾਰੀ ਤੇ ਦੇ। ਔਰ ਇੰਨੀ ਕਿਰਪਾ ਪਰਮਾਤਮਾ ਦੀ, ਉਹਨਾਂ ਨੇ ਮੈਨੂੰ ਮਨਾ ਵੀ ਕੀਤਾ ਕਿ ਆਪਣੀ ਸੀਟ ਤੋਂ ਉੱਠ ਕੇ ਕਿਸੇ ਕੋ ਪੈਸੇ ਮੰਗਣ ਨਹੀਂ ਜਾਣਾ। ਮੈਂ ਦੁਨੀਆ ਦੀ ਜਿਹੜੀ ਹੈ ਡਿਊਟੀ ਮੈਂ ਲਾ ਦਾਂਗਾ। ਮੈਂ ਇੱਕ ਲਾਸਟ 1 ਮਿੰਟ ਦੀ ਗੱਲ ਕਰਕੇ ਤੁਹਾਨੂੰ ਮੈਂ ਦੱਸਾਂਗਾ। ਹੁਣੇ ਇੱਕ ਸਾਡਾ 70 ਲੱਖ ਦਾ ਇੱਕ ਹੋਰ ਪ੍ਰੋਜੈਕਟ ਅਸੀਂ ਹੁਣੇ 10 ਦਿਨ ਹੋ ਗਏ ਪਰਮਾਤਮਾ ਨੇ ਸਾਨੂੰ ਦਿੱਤਾ। ਸਾਡੇ ਕੋਲ ਨੋਨ ਹੈਗੇ ਨੇ, ਉਹਨਾਂ ਦਾ ਬੱਚਾ ਹੋਣਾ ਸੀ PGI ਤੇ ਬੱਚਾ ਪ੍ਰੀ ਮੈਚੋਰ ਸੀ। ਉਹਨਾਂ ਨੂੰ PGI ਦੇ ਡਾਕਟਰ ਨੇ ਕਹਿਤਾ ਜੀ ਤੁਸੀਂ ਨਿੱਕੂ ਵਾਰਡ ਹੁੰਦਾ ਛੋਟੇ ਬੱਚਿਆਂ ਦਾ ਜੀ, ਉਹਦੇ ਵਿੱਚ ਤੁਸੀਂ ਅਰੇਂਜਮੈਂਟ ਕਰਕੇ ਰੱਖੋ, ਬੱਚੇ ਨੂੰ ਮੋਸਟ ਲਾਈਕਲੀ ਵੈਂਟੀਲੇਟਰ ਤੇ ਜਾਏਗਾ। ਤੁਸੀਂ ਇਹ ਦੇਖ ਲਓ ਵੀ ਉਹਦੇ ਕੋਲ ਫੰਡਸ ਹੈ ਨਹੀਂ ਸੀ ਬੰਦੇ ਕੋਲ। PGI ਜਦੋਂ ਡਿਲੀਵਰੀ ਹੋ ਗਈ, PGI ਦੇ ਵਿੱਚ ਲਿਮਟਿਡ ਵੈਂਟੀਲੇਟਰ ਨੇ PGI 'ਚ, ਔਰ ਉਹਨਾਂ ਦੇ ਆਪਣੀਆਂ ਜਿਹੜੀਆਂ ਡਿਲੀਵਰੀਜ਼ ਹੁੰਦੀਆਂ ਉਹਨਾਂ ਦੀ ਵਾਰੀ ਵੀ ਨਹੀਂ ਆਉਂਦੀ। ਉਸ ਬੰਦੇ ਨੂੰ 8 ਦਿਨ ਪੂਰੇ ਲੱਗੇ ਆ ਵੈਂਟੀਲੇਟਰ PGI 'ਚ ਮਿਲਣ। ਇੱਕ ਦਿਨ ਤਾਂ ਉਹ ਬਿਲਕੁਲ ਹੀ ਕਲਪ ਗਿਆ, ਰੋ ਪਿਆ। ਮੈਨੂੰ ਡੇਲੀ ਫੋਨ ਕਰਦਾ ਸੀ, ਅਸੀਂ ਵੀ ਜਿੰਨਾ ਜ਼ੋਰ ਲੱਗਿਆ ਲਾਇਆ, ਪਰ ਉਹ ਜਵਾਬ ਇਹੀ ਸੀ ਸਾਰਿਆਂ ਦਾ ਵੀ ਅਸੀਂ ਇੱਕ ਬੱਚੇ ਤੋਂ ਵੈਂਟੀਲੇਟਰ ਉਤਾਰ ਕੇ ਦੂਜੇ ਨੂੰ ਕਿਵੇਂ ਲਾ ਦਈਏ। ਸਾਨੂੰ ਵੀ ਸਮਝ ਆਉਂਦੀ ਗੱਲ। ਇੱਕ ਦਿਨ ਮੈਨੂੰ ਕਹਿੰਦਾ ਵੀਰ ਜੀ ਮੈਨੂੰ ਤਾਂ ਸਮਝ ਨਹੀਂ ਆ ਰਿਹਾ। ਮੈਂ ਉਹਨੂੰ ਨਾ ਐਵੇਂ ਹੀ ਕਹਿਤਾ, ਮੈਂ ਕਿਹਾ ਤੂੰ ਇਵੇਂ ਕਰ ਪ੍ਰਾਈਵੇਟ ਵਿੱਚ ਲੈ ਜਾ, 50,000 ਰੁਪਏ ਮੈਂ ਦੇ ਦੇਣਾ ਇਲਾਜ। ਪ੍ਰਾਈਵੇਟ ਦੇ ਵਿੱਚ ਇਸ ਤਰ੍ਹਾਂ ਹੈਗਾ ਜੀ, ਜਿੱਥੇ ਪ੍ਰਾਈਵੇਟ 2-4 ਹਸਪਤਾਲ ਨੇ ਚੰਡੀਗੜ੍ਹ ਸੇ ਜਿਨ੍ਹਾਂ ਕੋਲ ਨਿੱਕੂ ਵਾਰਡ ਹੈ ਬੱਚਿਆਂ ਦਾ, ਉਹਨਾਂ ਦੀ ਅਗਰ 10 ਦਿਨ ਬੱਚਾ ਹੈ ਨਾ ਉੱਥੇ ਰਹਿ ਕੇ, ਤੁਸੀਂ ਪਰ ਡੇ ਛੱਡੋ, 10 ਦਿਨ ਅਗਰ ਰਹਿ ਕੇ ਆਉਂਦਾ ਤੇ 4 ਤੋਂ 5 ਲੱਖ ਰੁਪਏ ਉਹ ਲੈਂਦੇ ਹੈ। ਐਂਡ ਆਫ ਡੇ ਬਣਾ ਦੇਣਗੇ, ਇਹ ਲੱਗ ਗਿਆ, ਇਹ ਲੱਗ ਗਿਆ, ਇਹ ਲੱਗ ਗਿਆ। ਹੁਣ ਬੰਦਾ ਕਿੱਥੋਂ ਲੈਗਾ? ਉਹ ਕਹਿੰਦਾ ਵੀਰ ਜੀ ਤੁਸੀਂ ਹੁਣ 50,000 ਦੇ ਤੇ 2 ਦਿਨ ਦੇ ਪੈਸੇ ਨੇ, ਤੀਜੇ ਦਿਨ ਤਾਂ ਮੇਰੇ ਕੋਲ ਵੀ ਪੈਸੇ ਨਹੀਂ ਹੈ ਤੇ ਤੁਹਾਡਾ ਵੀ ਹੱਥ ਖੜੇ ਹੋ ਗਏ ਤੇ ਨਾ ਮੈਂ ਪ੍ਰਾਈਵੇਟ ਜੋਗਾ ਰਿਹਾ, ਫਿਰ PGI ਨੇ ਵੀ ਨਹੀਂ ਲੈਣਾ ਮੈਨੂੰ। ਸੋ ਮੈਨੂੰ ਬੜਾ ਗੱਲ ਠੀਕ ਹੈ ਬਿਲਕੁਲ, ਜੇ ਹੈ ਨਹੀਂ ਕਿੱਥੋਂ ਲੈਗਾ ਪੈਸੇ? ਔਰ ਗਰੀਬ ਬੰਦੇ ਨੂੰ ਪੈਸੇ ਦਿੰਦਾ ਵੀ ਕੋਈ ਨਹੀਂ ਨੇ, ਉਧਾਰ ਕੋਈ ਨਹੀਂ ਦਿੰਦਾ। ਅਮੀਰ ਬੰਦਾ ਆਏਗਾ ਨਾ ਤੁਹਾਡਾ ਮਿੱਠੀਆਂ ਗੱਲਾਂ ਕਰਕੇ 5-7 ਲੱਖ ਰੁਪਇਆ ਵੀ ਲੈ ਜਾਏਗਾ, ਮੁੜ ਕੇ ਸਤਿ ਸ਼੍ਰੀ ਅਕਾਲ ਵੀ ਨਹੀਂ ਬੁਲਾਏਗਾ। ਚਲੋ ਹੋ ਗਿਆ, ਉਹਦਾ ਮੈਨੇਜ ਹੋ ਗਿਆ। ਉਸ ਤੋਂ ਬਾਅਦ ਉਹਨੇ ਮੈਨੂੰ ਇੱਕ ਦਿਨ ਕਿਹਾ, ਕਹਿੰਦਾ ਵੀਰ ਜੀ ਤੁਹਾਡੇ ਤੇ ਬੜੀ ਕਿਰਪਾ ਹੈ ਤੇ ਤੁਹਾਡੇ ਕੋਲ ਹਸਪਤਾਲ ਵੀ ਹੈ, ਜੋ 4-6 ਬੈੱਡ ਦਾ ਨਿੱਕੂ ਹੀ ਬਣਾ ਲਓ। ਕਹਿੰਦਾ ਸਾਨੂੰ ਲੱਗਦਾ ਵੀ ਤੁਸੀਂ ਕਰ ਲਓਗੇ, ਔਰ ਫਿਰ ਸਾਨੂੰ ਇਹ ਵੀ ਪਤਾ ਵੀ ਜੇ ਤੁਸੀਂ ਕਰ ਲਓਗੇ ਤੇ ਉਹ ਹਸਪਤਾਲ ਗਰੀਬਾਂ ਵਾਸਤੇ ਤੇ ਫ੍ਰੀ ਹੋਏਗਾ ਹੀ ਹੋਏਗਾ। ਉਹ ਪਰਮਾਤਮਾ ਨੇ, ਮੈਂ ਅਜੇ ਗੱਲ ਕੀਤੀ, 1-2 ਬੰਦਿਆਂ ਨੇ ਕੀਤੀ, ਪਰਮਾਤਮਾ ਨੇ ਸਾਡੀ ਫਾਈਲ ਤੇ ਸਾਈਨ ਕਰਤਾ। ਮੈਂ ਕਿਹਾ ਮਹੀਨੇ 1.5 ਮਹੀਨੇ ਅਸੀਂ 6 ਬੈੱਡ ਦਾ ਨਿੱਕੂ ਬਣਾ ਰਹੇ ਹਾਂ ਜੀ, ਜਿਹਦੇ 2 ਵੈਂਟੀਲੇਟਰ ਲਾ ਰਹੇ ਹਾਂ। ਵੀ ਕੋਈ ਇੱਕ ਚੀਜ਼ ਤਾਂ ਹੋਵੇ ਘੱਟੋ ਘੱਟ ਸਾਡੇ, ਮਤਲਬ ਨਹੀਂ ਤਾਂ ਗਰੀਬ ਬੰਦਾ ਤੇ ਬੱਚਾ ਆਪਣਾ ਨਿਊ ਬੋਰਨ ਬੇਬੀ, ਹੁਣ ਕਈਆਂ ਦੇ ਕਈ ਸਾਲ ਵਿਚਾਰਿਆਂ ਦੇ ਨਿਆਣੇ ਨਹੀਂ ਹੁੰਦੇ ਆ ਤੇ ਇਹ ਹੋ ਗਿਆ, ਉਹਦੇ ਵਾਸਤੇ ਤੇ ਬਹੁਤ। ਸੋ ਉਹਦੀ ਪਰਮਾਤਮਾ ਦੀ ਕਿਰਪਾ, ਉਹ ਟਾਈਮ ਟੂ ਟਾਈਮ ਸਾਨੂੰ ਨਵੀਂ ਸੋਚ ਵੀ ਦੇ ਦਿੰਦਾ, ਸਮਰੱਥਾ ਵੀ ਦੇ ਦਿੰਦਾ ਤੇ ਸਾਡੇ ਤੇ बड़ा तरस भरे हाथ रख के सेवा कराना। मैं खुद आपको बहुत पिछले कई सालों से देख रही हूँ और मैं खुद हैरान रहती हूँ कि कहाँ से ये सफ़र शुरू और अब कहाँ तक पहुँचा, और ये आगे आप जो है मानवता की सेवा में लगातार लगे ही हुए हैं। जैसे अभी आपने कहा कि आपने एक अब नया निक्कू वार्ड, निक्कू अस्पताल शुरू करने जा रहे हैं। कोई एक मैसेज आप ज़रूर मैं चाहूँगी दें, जो लोग, बहुत सारे लोग दुनिया में हैं जो अपनों को खोते हैं और उसके बाद टूट जाते हैं, उनके लिए? मैं तो देखो जी एक मैसेज देंगा भी सरकमस्टांसिस कई बारी बहुत हो जाते हैं और मैसेज देना बड़ा आसान है और उस टेन्योर तो उस समय तो लंघना। एक चीज़ जिसने आपको हिम्मत दी, स्ट्रेंथ दी और आपने खुद को लोगों की सेवा में लगा दिया। देखो मैनू तो ना उस टाइम एक उस तो बाद मैनू एक चीज़ आती, मैं अज तक भी मेरे को कैंसर पेशेंट आंदा ना कोई हैल्प वास्ते आंदा, मेरे सामने बैठता। हुण कल भी कोई PGI चो आया सी, ICU च पेशेंट, तो मैनू ना उसी टाइम मेरी वाइफ की ना एक चीज़, मतलब एक ओदी ना वाइब्रेशन मेरे अंदर आती है भी मैं तुहाडे अगे बैठी हाँ, दसो मेरा इलाज करांदे हो कि नहीं करांदे। जदों वो लगता देखो अपने घर का जी होएगा, तुसीं घर वेच के भी लगाओगे। वो फिर जो इन्नी गल आ जाती, मैं उन्होंने कहना भरा लै भाई जो लेना, दवाई लैनी है आए जो लेना, और नाल मेरे को मैं झूठ बोली जाए पैसे भी उदे ही ने।
ਉਹਦੇ ਹੀ ਫੰਡਸ ਨੇ, ਉਹਨਾਂ ਉਹ ਠੀਕ ਹੈ ਵੀ ਉਹ ਫੰਡਸ ਦੇਗੀ, ਪਰ ਉਹਦੇ ਨਾਲ ਦੁਨੀਆ ਵੀ ਜੁੜ ਗਈ। ਉਹ ਇੱਕ ਛੋਟੀ ਜਿਹੀ ਨਦੀ ਤੋਂ ਉਹ ਜਿਹੜਾ ਉਹ ਸਮੁੰਦਰ ਬਣ ਗਿਆ। ਹੁਣ ਸਾਨੂੰ ਐਵੇਂ ਕਹੀ ਜੇ ਵੀ ਪੈਸੇ ਕਰਕੇ ਅਸੀਂ ਨਹੀਂ ਕੰਮ ਕਰ ਸਕਦੇ, ਉਹਦੀ ਬੜੀ ਕਿਰਪਾ ਹੈਗੀ। ਇੱਕ ਸੋਚ ਚਾਹੀਦੀ ਹੈ ਵੀ ਸੋਚ ठीक रहे तो दुनिया मेला नाल टुर पैंदा। बहुत बहुत शुक्रिया हमारे साथ इस पूरी बातचीत के लिए। उम्मीद करती हूँ ये एपिसोड आपको ज़रूर पसंद आएगा। वो लोग जिन्होंने अपने अपनों को खोया किसी भी कारणवश, उन्हें इस एपिसोड से ज़रूर इंस्पिरेशन मिलेगी। सेहतनामा को अगर अभी तक सब्सक्राइब नहीं किया तो सब्सक्राइब ज़रूर करिए, और वीडियो पसंद आए तो लाइक और शेयर भी ज़रूर करिए।